ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਦੈਟ ਇਜ਼ ਤੁਸੀਂ ਪੜ੍ਹ ਸਕਦੇ ਹੋ ਦੈਟ ਇਜ਼ TS ਚਾਰਟ ਫॉर ਪਿਓਰ ਲਿਕੁਇਡ ਵਿਚ ਸ਼ੋਜ਼ ਫੇਸ ਚੇਂਜ। ਕਿ ਅੱਜ ਅਸੀਂ ਗੱਲ ਕਰਾਂਗੇ ਜਦੋਂ ਅਸੀਂ ਕਿਸੇ ਪਿਓਰ ਲਿਕੁਇਡ ਨੂੰ ਜਿਸ ਨੂੰ ਅਸੀਂ ਮੰਨਦੇ ਹਾਂ ਦੈਟ ਇਜ਼ ਵਾਟਰ, ਕਿ ਵਾਟਰ ਨੂੰ ਜਦੋਂ ਅਸੀਂ ਕੌਨਸਟੈਂਟ ਹੀਟ ਸਪਲਾਈ ਕਰਾਂਗੇ ਲਗਾਤਾਰ ਕੁਝ ਟਾਈਮ ਦੇ ਲਈ ਤਾਂ ਸਾਡੇ ਕੋਲ ਉਸ ਦੇ ਅੰਦਰ ਟੈਂਪਰੇਚਰ ਤੇ ਐਂਟਰੋਪੀ ਦੇ ਵਿੱਚ ਚੇਂਜਸ ਕਿਸ ਤਰੀਕੇ ਦੇ ਨਾਲ ਆਣਗੇ ਉਸ ਦੇ ਵਿੱਚ ਅਸੀਂ ਇੱਕ ਗ੍ਰਾਫ ਪਲਾਟ ਕੀਤਾ ਹੈ ਔਰ ਇਹ ਗ੍ਰਾਫ ਤੁਹਾਨੂੰ ਅੱਗੇ ਬਹੁਤ ਜਗ੍ਹਾ ਤੇ ਹੈਲਪ ਕਰੇਗਾ। ਅੱਗੇ pH ਡਾਇਗਰਾਮਸ ਪਲਾਟ ਕਰਨ ਦੇ ਲਈ, T5 ਡਾਇਗਰਾਮਸ ਪਲਾਟ ਕਰਨ ਦੇ ਲਈ, ਇਸ ਦੇ ਵਿੱਚ ਜੋ ਬੈਲ ਸ਼ੇਪਡ ਸਾਡੇ ਕੋਲ ਡੋਮ ਬਣਦਾ ਹੈ ਜਿਸ ਦੇ ਵਿੱਚ ਅਸੀਂ ਅਲੱਗ-ਅਲੱਗ ਰੀਜ਼ਨਸ ਸ਼ੋ ਕਰਦੇ ਹਾਂ ਤਾਂ ਉਸ ਨੂੰ ਵੀ ਸਟੱਡੀ ਕਰਨ ਦੇ ਲਈ ਹੈਲਪ ਕਰੇਗਾ। ਇਹ ਇਸ ਚਾਰਟ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜੀ, ਅਸੀਂ ਦੋ ਐਕਸਿਸ ਲਈਆਂ ਨੇ ਜਿਹਦੇ ਵਿੱਚ ਅਸੀਂ y ਐਕਸਿਸ ਨੂੰ ਟੈਂਪਰੇਚਰ ਕਾਊਂਟ ਕੀਤਾ ਹੈ, x ਐਕਸਿਸ ਨੂੰ ਅਸੀਂ ਐਂਟਰੋਪੀ ਕਾਊਂਟ ਕੀਤਾ ਹੈ ਜਿਸ ਨੂੰ ਅਸੀਂ ਹੀਟ ਕੰਟੈਂਟ ਵੀ ਕਾਊਂਟ ਕਰਦੇ ਹਾਂ ਕਿ ਜਦੋਂ ਅਸੀਂ ਰੈਗੂਲਰਲੀ ਕਿਸੇ ਸਬਸਟੈਂਸ ਨੂੰ ਹੀਟ ਪ੍ਰੋਵਾਈਡ ਕਰਾਂਗੇ ਤੇ ਉਹਦੇ ਰਿਸਪੈਕਟਿਵ ਸਾਡੇ ਕੋਲ ਟੈਂਪਰੇਚਰ ਦੇ ਵਿੱਚ ਚੇਂਜ ਕਿਸ ਤਰੀਕੇ ਦੇ ਨਾਲ ਆਏਗਾ। ਸੋ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਕੁਝ ਆਈਸ ਕਿਊਬਸ ਨੇ, ਉਹਨਾਂ ਨੂੰ ਮੈਂ ਕਿਸੇ ਬੀਕਰ ਦੇ ਵਿੱਚ ਲਿਆ ਔਰ ਉਹਦਾ ਟੈਂਪਰੇਚਰ ਨੋਟ ਕੀਤਾ ਤਾਂ ਮੇਰੇ ਕੋਲ -10 ਡਿਗਰੀ ਟੈਂਪਰੇਚਰ ਸੀ, ਉਹਦਾ -10 ਡਿਗਰੀ ਸੈਂਟੀਗ੍ਰੇਡ। ਉਸ ਨੂੰ ਜਿਵੇਂ ਹੀ ਮੈਂ ਕੌਨਸਟੈਂਟ ਹੀਟ ਕੁਝ ਸਪਲਾਈ ਕਰਨੀ ਸਟਾਰਟ ਕੀਤੀ ਤਾਂ ਹੌਲੀ ਹੌਲੀ ਉਸ ਦੇ ਉੱਤੇ ਕੁਝ ਜੋ ਚੇਂਜਸ ਆਏ ਉਸ ਨੂੰ ਅਸੀਂ ਇਸ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਾਂਗੇ। ਤੁਸੀਂ ਇੱਥੇ ਦੇਖ ਪਾ ਰਹੇ ਹੋ ਤੁਹਾਡੇ ਕੋਲ ਇੱਥੇ ਇੱਕ ਰੈੱਡ ਲਾਈਨ ਦੇ ਨਾਲ ਮੈਂ ਕੁਝ ਲਾਈਨਸ ਪਲਾਟ ਕੀਤੀਆਂ ਨੇ। ਸੋ ਇਸ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲ ਹੀਟ ਸਪਲਾਈ ਕਰਨ ਦੇ ਨਾਲ ਨਾਲ ਟੈਂਪਰੇਚਰ ਦੇ ਵਿੱਚ ਚੇਂਜਸ ਕਿਸ ਤਰੀਕੇ ਦੇ ਨਾਲ ਆ ਰਹੇ ਆ ਔਰ ਹੀਟ ਨੂੰ ਅਸੀਂ ਕਿਵੇਂ ਕਾਊਂਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ -10 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਜਿਵੇਂ ਹੀ ਹੀਟ ਸਪਲਾਈ ਕੀਤੀ ਤਾਂ ਸਾਡੇ ਕੋਲ ਜੋ ਹੀਟ ਕਾਊਂਟ ਹੋਏਗੀ ਦੈਟ ਇਜ਼ ਸੈਂਸੀਬਲ ਹੀਟ, ਜੋ ਕਿ ਉਸ ਦਾ ਟੈਂਪਰੇਚਰ ਵਧਾ ਕੇ ਉਸ ਨੂੰ 0 ਡਿਗਰੀ ਸੈਂਟੀਗ੍ਰੇਡ ਤੇ ਲੈ ਜਾਏਗੀ। 0 ਡਿਗਰੀ ਸੈਂਟੀਗ੍ਰੇਡ ਤੇ ਹੁਣ ਮੇਰਾ ਜੋ ਪਹਿਲਾ ਸੋਲਿਡ ਫੇਸ ਸੀ ਉਹ ਹੌਲੀ ਹੌਲੀ ਸੋਲਿਡ ਟੂ ਲਿਕੁਇਡ ਦੇ ਵਿੱਚ ਕਨਵਰਟ ਹੋਣਾ ਸਟਾਰਟ ਹੋ ਜਾਏਗਾ, ਬਟ ਟੈਂਪਰੇਚਰ ਮੇਰਾ ਕੁਝ ਟਾਈਮ ਦੇ ਲਈ ਕਾਂਸਟੈਂਟ ਹੋ ਜਾਏਗਾ। ਸੋ ਇਸ ਟਾਈਮ ਜਿੰਨੀ ਹੀਟ ਸਪਲਾਈ ਹੋ ਰਹੀ ਹੈ ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਦੈਟ ਇਜ਼ ਲੇਟੈਂਟ ਹੀਟ ਆਫ ਫਿਊਜ਼ਨ। ਸੋ ਨੈਕਸਟ ਜਦੋਂ ਹੀ ਕੁਝ ਉਹ ਸਾਰੇ ਦਾ ਸਾਰਾ ਸੋਲਿਡ ਜੋ ਬਰਫ਼ ਸੀਗੀ ਉਹ ਲਿਕੁਇਡ ਦੇ ਵਿੱਚ ਕਨਵਰਟ ਹੋ ਗਈ ਤਾਂ ਟੈਂਪਰੇਚਰ ਮੇਰਾ ਫਿਰ ਵਧਣਾ ਸਟਾਰਟ ਹੋ ਜਾਏਗਾ, ਤੁਸੀਂ ਦੇਖ ਪਾ ਰਹੇ ਹੋ, ਔਰ ਹੌਲੀ ਹੌਲੀ ਹੀਟ ਕਰਦੇ ਕਰਦੇ ਮੇਰਾ ਟੈਂਪਰੇਚਰ ਪਹੁੰਚ ਜਾਏਗਾ ਦੈਟ ਇਜ਼ 100 ਡਿਗਰੀ ਸੈਂਟੀਗ੍ਰੇਡ। ਔਰ ਅਸੀਂ ਸਾਰੇ ਜਾਣਦੇ ਹਾਂ ਪਿਓਰ ਵਾਟਰ ਦਾ ਜੋ ਮੇਰਾ ਬੋਇਲਿੰਗ ਟੈਂਪਰੇਚਰ ਹੈ ਦੈਟ ਇਜ਼ 100 ਡਿਗਰੀ ਸੈਂਟੀਗ੍ਰੇਡ, ਜਿਹਦਾ ਕਿ ਮੇਰਾ ਐਟਮੋਸਫੇਰਿਕ ਪ੍ਰੈਸ਼ਰ ਹੋਏਗਾ ਦੈਟ ਇਜ਼ 1.01325 ਬਾਰਸ। ਇਸ ਪ੍ਰੈਸ਼ਰ ਦੇ ਉੱਤੇ ਮੇਰਾ ਜੋ ਪਾਣੀ ਹੈ ਉਹ 100 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਉਬਲਣਾ ਸਟਾਰਟ ਹੋ ਜਾਏਗਾ ਔਰ ਉਸ ਟਾਈਮ ਫਿਰ ਮੇਰਾ ਜੋ ਟੈਂਪਰੇਚਰ ਹੈ 100 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਕੁਝ ਟਾਈਮ ਦੇ ਲਈ ਕਾਂਸਟੈਂਟ ਹੋ ਜਾਏਗਾ ਔਰ ਹੌਲੀ ਹੌਲੀ ਮੇਰਾ ਜੋ ਲਿਕੁਇਡ ਕੰਟੈਂਟ ਹੈ ਸਾਰਾ ਹੀ ਵੇਪਰਸ ਦੇ ਵਿੱਚ ਬਦਲਣਾ ਸਟਾਰਟ ਹੋ ਜਾਏਗਾ। ਔਰ ਨੈਕਸਟ ਜਦੋਂ ਅਸੀਂ ਇਸ ਪੁਆਇੰਟ ਤੇ ਦੇਖਦੇ ਹਾਂ ਕਿ ਮੇਰਾ ਜੋ ਟੋਟਲ ਪਾਣੀ ਸੀ ਉਹ ਵੇਪਰਸ ਬਣ ਗਏ, ਭਾਫ ਬਣ ਕੇ ਉੱਡ ਗਿਆ ਜਾਂ ਭਾਫ ਦੇ ਵਿੱਚ ਟੋਟਲੀ ਕਨਵਰਟ ਹੋ ਗਿਆ ਔਰ ਉਸ ਤੋਂ ਬਾਅਦ ਜੋ ਅਗਲਾ ਫਿਰ ਮੈਂ ਹੀਟ ਉਸ ਨੂੰ ਸਪਲਾਈ ਕਰ ਰਿਹਾ ਤਾਂ ਦੈਟ ਇਜ਼ ਜਿੰਨੀ ਹੀਟ ਸਪਲਾਈ ਅਸੀਂ ਕਰਾਂਗੇ ਉਹ ਕਾਊਂਟ ਹੋਏਗੀ ਸਾਡੇ ਕੋਲ ਦੈਟ ਇਜ਼ ਸੁਪਰ ਹੀਟਡ ਸਟੀਮ। ਸੋ ਇੱਥੇ ਅਸੀਂ ਕੁਝ ਨੀਚੇ ਦੇਖਦੇ ਹਾਂ ਜੀ, ਜਦੋਂ ਸਾਡੇ ਕੋਲ ਫਿਰ ਤਾਪਮਾਨ ਵਧਿਆ ਸੀ 0 ਤੋਂ ਲੈ ਕੇ 100 ਤੱਕ ਉਸ ਨੂੰ ਅਸੀਂ ਕਾਊਂਟ ਕੀਤਾ ਫਿਰ ਅਗੇਨ ਸੈਂਸੀਬਲ ਹੀਟ। ਨੈਕਸਟ ਹੈ ਸਾਡੇ ਕੋਲ ਦੈਟ ਇਜ਼ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ, ਜਦੋਂ ਸਾਡੇ ਕੋਲ 100 ਡਿਗਰੀ ਸੈਂਟੀਗ੍ਰੇਡ ਤੇ ਹੀ ਸਾਡਾ ਜੋ ਫੇਸ ਚੇਂਜ ਹੋ ਰਿਹਾ ਹੈ, ਜਦੋਂ ਸਾਡਾ ਲਿਕੁਇਡ ਵੇਪਰਸ ਦੇ ਵਿੱਚ ਕਨਵਰਟ ਹੋ ਰਿਹਾ ਹੈ ਉਹਨੂੰ ਅਸੀਂ ਕਾਊਂਟ ਕੀਤਾ ਦੈਟ ਇਜ਼ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ, ਜਿਸ ਨੂੰ ਅਸੀਂ HFG ਦੇ ਨਾਲ ਡਿਨੋਟ ਕਰਦੇ ਹਾਂ। ਨੈਕਸਟ ਜਦੋਂ ਸਾਡਾ ਕੰਪਲੀਟਲੀ ਵੇਪਰਸ ਬਣ ਗਏ ਉਸ ਤੋਂ ਬਾਅਦ ਦਾ ਰੀਜ਼ਨ ਜੋ ਸਾਡਾ ਸੀਗਾ ਦੈਟ ਇਜ਼ ਉਸ ਜਗ੍ਹਾ ਤੇ ਜਿੰਨੀ ਹੀਟ ਅਸੀਂ ਸਪਲਾਈ ਕੀਤੀ ਦੈਟ ਇਜ਼ ਹੀਟ ਆਫ ਸੁਪਰ ਹੀਟ। ਹੁਣ ਇੱਥੇ ਅੱਗੇ ਅਸੀਂ ਸਟੱਡੀ ਕਰਨਾ ਹੈ ਜੋ ਸਾਡਾ ਬੈਲ ਸ਼ੇਪਡ ਡਾਇਗਰਾਮ ਹੈ ਉਹ ਕਿਸ ਤਰੀਕੇ ਦੇ ਨਾਲ ਬਣਦਾ ਹੈ ਉਸ ਦੇ ਬਾਰੇ ਗੱਲ ਕਰਦੇ ਹਾਂ। ਜੋ ਇਨੀਸ਼ੀਅਲੀ ਅਸੀਂ ਰੈੱਡ ਕਲਰ ਦੀ ਲਾਈਨ ਇੱਥੇ ਨੋਟ ਕਰ ਪਾ ਰਹੇ ਹਾਂ, ਸੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਸਾਡੇ ਕੋਲ ਕਿਸ ਪ੍ਰੈਸ਼ਰ ਦੇ ਉੱਤੇ ਹੈ, ਐਟਮੋਸਫੇਰਿਕ ਪ੍ਰੈਸ਼ਰ ਦੇ ਉੱਤੇ।
ਸੋ ਜਿਸ ਦਾ ਅਸੀਂ ਵੈਲਿਊ ਕਾਊਂਟ ਕਰਦੇ ਹਾਂ, ਦੈਟ ਇਜ਼ 1.01325 ਬਾਰਸ। ਔਰ ਜਿਵੇਂ ਹੀ ਮੈਂ ਨੈਕਸਟ ਕੁਝ ਲਾਈਨਸ ਤੁਸੀਂ ਇੱਥੇ ਸਾਹਮਣੇ ਦੇਖ ਪਾ ਰਹੇ ਹੋ, ਕੁਝ ਲਾਈਨਸ ਪਲਾਟ ਕੀਤੀਆਂ ਹੌਰੀਜ਼ੋਨਟਲੀ ਜੋ ਮੈਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ ਲੇਟੈਂਟ ਹੀਟ ਆਫ वेपोराइजेशन ਨੂੰ ਹੀ, ਬਟ ਉਹ ਹੁਣ ਅਲੱਗ-ਅਲੱਗ ਪ੍ਰੈਸ਼ਰ ਲਾਈਨਸ ਨੇ। ਹੁਣ ਮੈਂ ਕੀ ਕੀਤਾ, ਨੈਕਸਟ ਸਟੈਪ ਦੇ ਵਿੱਚ ਕੁਝ ਅਲੱਗ ਪ੍ਰੈਸ਼ਰ ਲੈ ਲਿਆ, ਜੋ ਸਾਡਾ ਐਟਮੋਸਫੇਰਿਕ ਪ੍ਰੈਸ਼ਰ ਸੀ ਉਸ ਤੋਂ ਮੈਂ ਜ਼ਿਆਦਾ ਪ੍ਰੈਸ਼ਰ ਲੈ ਲਿਆ। ਸਪੋਜ਼ ਐਗਜ਼ਾਮਪਲ ਦੇ ਤੌਰ ਦੇ ਉੱਤੇ ਨੈਕਸਟ ਮੈਂ ਕੁਝ 15 ਬਾਰ ਦਾ ਪ੍ਰੈਸ਼ਰ ਲੈ ਲਿਆ, ਦੈਨ ਮੈਂ 30 ਬਾਰ ਦਾ ਪ੍ਰੈਸ਼ਰ ਲੈ ਲਿਆ, ਦੈਨ ਫਿਰ ਮੈਂ ਹੋਰ ਪ੍ਰੈਸ਼ਰ ਵਧਾਤਾ। ਜਿਵੇਂ ਜਿਵੇਂ ਅਸੀਂ ਪ੍ਰੈਸ਼ਰ ਵਧਾਈ ਜਾਵਾਂਗੇ ਤਾਂ ਦੇਖਦੇ ਹਾਂ ਕਿ ਸਾਡੀ ਜੋ ਲੇਟੈਂਟ ਹੀਟ ਆਫ वेपोराइजेशन ਹੈ ਉਸ ਦਾ ਜੋ ਰੀਜ਼ਨ ਹੈ ਉਹ ਹੌਲੀ ਹੌਲੀ ਪ੍ਰੈਸ਼ਰ ਵਧਾਉਣ ਦੇ ਨਾਲ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਇੱਕ ਪੁਆਇੰਟ ਇਸ ਤਰ੍ਹਾਂ ਦਾ ਆਏਗਾ ਜਿੱਥੇ ਮੇਰਾ ਸਾਰੇ ਦਾ ਸਾਰਾ ਜੋ ਹੈ ਲਿਕੁਇਡ ਉਹ ਡਾਇਰੈਕਟਲੀ ਚੇਂਜ ਹੋ ਜਾਏਗਾ वेपर्स ਦੇ ਵਿੱਚ, ਮਤਲਬ ਬਿਨਾ ਟਾਈਮ ਕੰਜ਼ਿਊਮ ਕੀਤਿਆਂ ਇਨੀਸ਼ੀਅਲੀ ਮਿੰਟਾਂ ਸਕਿੰਟਾਂ ਦੇ ਵਿੱਚ ਦੇ ਨਾਲੋਂ ਵੀ ਪਹਿਲਾਂ ਮੇਰਾ ਡਾਇਰੈਕਟਲੀ ਚੇਂਜ ਹੋ ਜਾਏਗਾ ਇਨ ਦ वेपरस ਫਾਰਮ। ਜਿਵੇਂ ਕਿ ਅਸੀਂ ਥੱਲੇ ਦੇਖ ਪਾ ਰਹੇ ਹਾਂ, ਥੱਲੇ ਸਾਡੇ ਕੋਲ ਇਹ ਜੋ ਡਾਇਗਰਾਮ ਹੈ ਇਸ ਦੇ ਵਿੱਚ ਇੱਥੇ ਕੁਝ ਟਾਈਮ ਲੈ ਰਿਹਾ ਹੈ ਕਿ 100 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਉਹਨੇ ਕੁਝ ਟਾਈਮ ਲਿਆ ਲਿਕੁਇਡ ਫੇਸ ਤੋਂ वेपरस ਫਾਰਮ ਦੇ ਵਿੱਚ ਕਨਵਰਟ ਹੋਣ ਲਈ। ਜਿਵੇਂ ਜਿਵੇਂ ਅਸੀਂ ਪ੍ਰੈਸ਼ਰ ਵਧਾਇਆ ਉਵੇਂ ਉਵੇਂ ਟਾਈਮ ਸਾਡਾ ਘਟਦਾ ਜਾ ਰਿਹਾ ਹੈ। ਔਰ ਇੱਕ ਪੁਆਇੰਟ ਇਸ ਤਰ੍ਹਾਂ ਦਾ ਆਇਆ ਜਿੱਥੇ ਮੇਰਾ ਇੱਕਦਮ ਚੇਂਜ ਫੇਸ ਹੋ ਰਿਹਾ ਹੈ, ਤਾਂ ਉਸ ਪੁਆਇੰਟ ਨੂੰ ਅਸੀਂ ਕਾਊਂਟ ਕਰਦੇ ਹਾਂ, ਦੈਟ ਇਜ਼ ਕ੍ਰਿਟੀਕਲ ਪੁਆਇੰਟ। ਉਸ ਦੇ ਰਿਸਪੈਕਟਿਵ ਜੋ ਮੇਰਾ ਟੈਂਪਰੇਚਰ ਆਏਗਾ ਉਸ ਨੂੰ ਅਸੀਂ ਕਾਊਂਟ ਕਰਾਂਗੇ, ਦੈਟ ਇਜ਼ ਕ੍ਰਿਟੀਕਲ ਟੈਂਪਰੇਚਰ। ਐਂਡ ਇਸ ਦੇ ਕੋਰਸਪੋਂਡਿੰਗ ਜੋ ਸਾਡਾ ਪ੍ਰੈਸ਼ਰ ਹੋਏਗਾ ਉਸ ਨੂੰ ਕਾਊਂਟ ਕਰਾਂਗੇ ਅਸੀਂ ਕ੍ਰਿਟੀਕਲ ਪ੍ਰੈਸ਼ਰ। ਸੋ ਇੱਥੇ ਅਸੀਂ ਦੇਖਾਂਗੇ ਕਿ ਜਿਹੜੇ ਸਾਡੇ ਕੋਲ ਕੁਝ ਪ੍ਰੈਸ਼ਰ ਲਾਈਨਸ ਨੂੰ ਜੋੜਦੇ ਹੋਏ ਕੁਝ ਪੁਆਇੰਟਸ ਨੂੰ ਅਸੀਂ ਇੱਕ ਗ੍ਰਾਫ ਪਲਾਟ ਕੀਤਾ, ਮਤਲਬ ਜੋ ਸਾਡੇ ਅਲੱਗ-ਅਲੱਗ ਪ੍ਰੈਸ਼ਰ ਰੀਜ਼ਨਸ ਆਏ ਸੀ ਪ੍ਰੈਸ਼ਰ ਲਾਈਨਸ ਦੇ ਉੱਤੇ, ਜੋ ਸਾਡੇ ਪੁਆਇੰਟਸ ਆਏ ਸੀ ਉਹਨਾਂ ਸਾਰੇ ਪੁਆਇੰਟਸ ਨੂੰ ਅਗਰ ਮੈਂ ਜੋੜਾਂ ਤਾਂ ਮੇਰੇ ਕੋਲ ਇੱਕ ਇਸ ਤਰੀਕੇ ਦਾ ਬੈਲ ਸ਼ੇਪਡ ਡਾਇਗਰਾਮ ਬਣ ਜਾਂਦਾ ਹੈ। ਔਰ ਇਸ ਦੇ ਉੱਤੇ ਟੌਪ ਤੇ ਬਿਲਕੁਲ ਮੇਰੇ ਬਣੇਗਾ ਦੈਟ ਇਜ਼ ਕ੍ਰਿਟੀਕਲ ਪੁਆਇੰਟ, ਜੋ ਕਿ ਇਸ ਪੂਰੇ ਦੇ ਪੂਰੇ ਗ੍ਰਾਫ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ ਹੈ। ਇੱਧਰ ਜੋ ਸਾਡੀ ਲੈਫਟ ਸਾਈਡ ਵਾਲੀ ਲਾਈਨ ਹੈ ਇਸ ਨੂੰ ਅਸੀਂ ਕਾਊਂਟ ਕਰਦੇ ਹਾਂ ਜੀ, ਦੈਟ ਇਜ਼ ਸਾਡੀ ਲਿਕੁਇਡਸ ਲਾਈਨ, ਜਿਸ ਨੂੰ ਅਸੀਂ ਲਿਖਿਆ ਹੋਇਆ ਦੈਟ ਇਜ਼ ਸੈਚੂਰੇਟਿਡ ਲਿਕੁਇਡ ਲਾਈਨ, ਕਿ ਇਸ ਲਾਈਨ ਦੇ ਉੱਤੇ ਜੋ ਸਾਡੇ ਕੋਲ ਕੰਡੀਸ਼ਨ ਆਫ ਲਿਕੁਇਡ ਹੋਏਗੀ ਉਹ 100% ਲਿਕੁਇਡ ਹੀ ਹੈ, ਤਰਲ ਹੈ। ਔਰ ਜਿਵੇਂ ਜਿਵੇਂ ਇਸ ਲਾਈਨ ਤੋਂ ਅਸੀਂ ਅੱਗੇ ਵੱਲ ਨੂੰ ਵੱਧਦੇ ਜਾ ਰਹੇ ਹਾਂ, ਰਾਈਟ ਸਾਈਡ ਤੋਂ ਵੱਧਦੇ ਜਾ ਰਹੇ ਹਾਂ, ਤਾਂ ਸਾਡੇ ਕੋਲ ਉਸ ਦੇ ਅੰਦਰ ਸਟੀਮ ਦੀ ਫਾਰਮੇਸ਼ਨ ਅਲੱਗ-ਅਲੱਗ ਪ੍ਰੈਸ਼ਰਸ ਦੇ ਉੱਤੇ ਹੁੰਦੀ ਜਾ ਰਹੀ ਹੈ। ਜਿਵੇਂ ਕਿ ਤੁਸੀਂ ਅੱਗੇ ਰੈੱਡ ਲਾਈਨ ਦੇ ਉੱਤੇ ਨੋਟ ਕਰ ਪਾ ਰਹੇ ਹੋ ਕਿ ਇੱਥੇ ਮੈਂ ਕੁਝ ਡਾਟਸ ਲਗਾ ਕੇ ਇੱਥੇ ਕੁਝ ਵੈਲਿਊਜ਼ ਲਿਖੀਆਂ ਨੇ। ਇਸ ਦੇ ਉੱਤੇ ਜੋ ਮੇਰੀ ਸਟੀਮ ਦੀਆਂ ਕੰਡੀਸ਼ਨਸ ਹੋਣਗੀਆਂ ਉਸ ਨੂੰ ਦਰਸਾਇਆ ਗਿਆ ਹੈ। ਜਿਵੇਂ ਕਿ ਅਸੀਂ ਇਸ ਲਾਈਨ ਦੇ ਉੱਤੇ ਐਗਜ਼ੈਕਟ ਦੇਖ ਪਾ ਰਹੇ ਹਾਂ, x is equals to 0 ਲਿਖਿਆ ਹੈ। x ਅਸੀਂ ਕੀ ਪੜ੍ਹਿਆ ਸੀ, ਦੈਟ ਇਜ਼ ਡਰਾਈਨੈਸ ਫ੍ਰੈਕਸ਼ਨ। ਤਾਂ ਇਸ ਲਿਕੁਇਡਸ ਲਾਈਨ ਦੇ ਉੱਤੇ, ਸੈਚੂਰੇਟਿਡ ਲਿਕੁਇਡ ਲਾਈਨ ਦੇ ਉੱਤੇ ਮੇਰੀ ਡਰਾਈਨੈਸ ਫ੍ਰੈਕਸ਼ਨ ਦੀ ਵੈਲਿਊ ਹੋਏਗੀ ਦੈਟ ਇਜ਼ 0। 0 ਕਿਉਂ ਹੋਏਗੀ? ਕਿਉਂਕਿ ਇਸ ਲਾਈਨ ਦੇ ਉੱਤੇ ਮੇਰੇ ਕੋਲ ਸਟੀਮ ਬਿਲਕੁਲ ਨਹੀਂ ਹੈ। ਔਰ ਜਿਵੇਂ ਜਿਵੇਂ ਮੈਂ ਇਸ ਜਗ੍ਹਾ ਤੋਂ ਰਾਈਟ ਸਾਈਡ ਵੱਲ ਨੂੰ ਜਾ ਰਿਹਾ ਹਾਂ ਤਾਂ ਮੇਰੇ ਕੋਲ ਸਟੀਮ ਬਣਨੀ ਸਟਾਰਟ ਹੋ ਗਈ ਹੈ। ਸੋ ਇੱਥੇ ਮੈਂ ਦੇਖ ਰਿਹਾ ਹਾਂ ਫਸਟ ਪੁਆਇੰਟ ਤੇ ਇੱਥੇ ਮੇਰੇ ਕੋਲ 10% ਸਟੀਮ ਬਣੀ ਹੈ। ਜਿਵੇਂ ਅੱਗੇ ਵੱਲ ਨੂੰ ਜਾ ਰਿਹਾ 20%, 30%, 40 ਐਂਡ ਇਸ ਤਰੀਕੇ ਦੇ ਨਾਲ ਹੀ ਹੌਲੀ ਹੌਲੀ ਹੁੰਦੇ ਹੁੰਦੇ ਜਿਵੇਂ ਹੀ ਮੈਂ ਇਸ ਲਾਈਨ ਤੇ ਪਹੁੰਚਿਆ ਤਾਂ ਮੇਰੇ ਕੋਲ 100% ਸਟੀਮ ਬਣ ਚੁੱਕੀ ਹੈ, ਜੋ ਕਿ ਡਰਾਈ ਫਾਰਮ ਦੀ ਹੋਏਗੀ। ਔਰ ਇਸ ਲਾਈਨ ਦੇ ਉੱਤੇ ਮੇਰੇ ਕੋਲ ਡਰਾਈਨੈਸ ਫ੍ਰੈਕਸ਼ਨ ਦੀ ਵੈਲਿਊ ਹੈ ਦੈਟ ਇਜ਼ 1 ਵਿਚ ਸੇਜ਼ ਕਿ 100% ਮੇਰੇ ਕੋਲ ਸਟੀਮ ਬਣ ਚੁੱਕੀ ਹੈ, ਉਹ ਡਰਾਈ ਫਾਰਮ ਦੇ ਵਿੱਚ ਹੋਏਗੀ। ਔਰ ਇਸ ਰੀਜ਼ਨ ਨੂੰ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਕਾਊਂਟ ਕਰਦੇ ਹਾਂ, ਦੈਟ ਇਜ਼ ਸੁਪਰ ਕੂਲਡ ਲਿਕੁਇਡ ਰੀਜ਼ਨ, ਕਿ ਇਸ ਲਾਈਨ ਤੋਂ ਸਾਡੇ ਕੋਲ ਖੱਬੇ ਪਾਸੇ ਲੈਫਟ ਸਾਈਡ ਦੇ ਉੱਤੇ ਜਿੰਨੀ ਸਟੀਮ ਹੋਏਗੀ, ਜਿੰਨਾ ਸਾਡੇ ਕੋਲ ਰੀਜ਼ਨ ਹੋਏਗਾ ਉਹ ਸਾਡੇ ਕੋਲ ਸਬ ਕੂਲਡ ਲਿਕੁਇਡ ਰੀਜ਼ਨ ਹੋਏਗਾ। ਔਰ ਜਿੰਨਾ ਡੋਮ ਦੇ ਅੰਦਰ ਦਾ ਰੀਜ਼ਨ ਹੈ ਉਹ ਸਾਰਾ ਹੀ ਸਾਡਾ ਵੈਟ ਰੀਜ਼ਨ ਹੋਏਗਾ, ਜਿਹਦੇ ਵਿੱਚ ਸਾਡੇ ਕੋਲ ਵਾਟਰ ਤੇ ਵੇਪਰ ਪ੍ਰੈਜ਼ੈਂਟ ਹੋਣਗੇ। ਔਰ ਜਿਵੇਂ ਜਿਵੇਂ ਅਸੀਂ ਲੈਫਟ ਸਾਈਡ ਤੋਂ ਰਾਈਟ ਸਾਈਡ ਨੂੰ ਵੱਧਦੇ ਜਾਵਾਂਗੇ ਤਾਂ ਸਾਡੇ ਕੋਲ ਵੇਪਰਸ ਦੇ ਵੈਲਿਊ ਵੱਧਦੀ ਜਾਏਗੀ, ਸਟੀਮ ਦੀ ਕੁਆਲਿਟੀ ਇੰਪਰੂਵ ਹੁੰਦੀ ਜਾਏਗੀ। ਡੋਮ ਤੋਂ ਬਾਹਰ ਨਿਕਲਦੇ ਹੀ ਅਸੀਂ ਦੇਖਾਂਗੇ ਜੋ ਸਾਡਾ ਰੀਜ਼ਨ ਆਇਆ ਹੈ ਦੈਟ ਇਜ਼ ਸੁਪਰ ਹੀਟਿਡ ਰੀਜ਼ਨ, ਵੇਪਰ ਰੀਜ਼ਨ।
ਔਰ ਸੁਪਰ ਹੀਟਡ ਜੋ ਵੇਪਰ ਰੀਜਨ ਹੈ ਇਸ ਦੇ ਵਿੱਚ ਜੋ ਸਾਡੇ ਕੋਲ ਸਟੀਮ ਹੋਏਗੀ ਉਹ ਡਰਾਈ ਤਾਂ ਹੋਏਗੀ ਹੀ ਹੋਏਗੀ, ਕਿਉਂਕਿ ਅਸੀਂ ਇਸ ਲਾਈਨ ਦੇ ਉੱਤੇ ਜਿਸ ਨੂੰ ਅਸੀਂ ਕਿਹਾ ਹੈ ਦੈਟ ਇਜ਼ ਸੈਚੂਰੇਟਿਡ ਵੇਪਰ ਲਾਈਨ, ਇਸ ਲਾਈਨ ਦੇ ਉੱਤੇ ਜੋ ਮੇਰੇ ਕੋਲ ਸਟੀਮ ਹੋਏਗੀ ਉਹ ਮੇਰੇ ਕੋਲ ਡਰਾਈ ਸਟੀਮ ਹੋਏਗੀ, ਔਰ ਇਸ ਤੋਂ ਪਾਰ ਜਿੰਨੀ ਸਟੀਮ ਹੋਏਗੀ ਰਾਈਟ ਸਾਈਡ ਦੇ ਉੱਤੇ ਸੁਪਰ ਹੀਟਡ ਰੀਜਨ ਦੇ ਵਿੱਚ ਉਹ ਸਾਰੀ ਦੀ ਸਾਰੀ ਸੁਪਰ ਹੀਟਡ ਸਟੀਮ ਕਹਿਲਾਏਗੀ। ਸੋ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸਟੀਮ ਵੀ ਸਾਡੇ ਕੋਲ ਤਿੰਨ ਤਰ੍ਹਾਂ ਦੀ ਹੈ, ਦੈਟ ਇਜ਼ ਵੈਟ ਸਟੀਮ, ਡਰਾਈ ਸਟੀਮ ਜੋ ਕਿ ਇਸ ਲਾਈਨ ਦੇ ਐਗਜ਼ੈਕਟ ਉੱਤੇ ਆਏਗੀ, ਐਂਡ ਸੁਪਰ ਹੀਟਡ ਸਟੀਮ। ਸੋ ਇਸ ਤਰੀਕੇ ਦੇ ਨਾਲ ਅਸੀਂ ਸਟੀਮਸ ਨੂੰ ਤਿੰਨ ਤਰੀਕੇ ਨਾਲ ਡਿਵਾਈਡ ਕੀਤਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਸਮਝਿਆ ਕਿ ਸਾਡੇ ਕੋਲ ਜੋ ਪਿਓਰ ਸਬਸਟੈਂਸਿਸ ਨੇ ਉਹਨਾਂ ਦਾ ਫੇਸ ਚੇਂਜ ਜਦੋਂ ਹੁੰਦਾ ਹੈ ਤਾਂ ਸਾਡੇ ਕੋਲ ਕਿਹੜੇ ਰੀਜ਼ਨ ਨੂੰ ਅਸੀਂ ਕੀ ਆਖਦੇ ਹਾਂ। ਸੋ ਇਸ ਦੀ ਹੈਲਪ ਦੇ ਨਾਲ ਹੀ ਜਦੋਂ ਅਸੀਂ ਕਿਸੇ ਚੀਜ਼ ਦਾ ਪ੍ਰੈਸ਼ਰ ਚੇਂਜ ਕਰਦੇ ਹਾਂ ਤਾਂ ਉਹਨਾਂ ਦੇ ਜੋ ਫੇਸ ਚੇਂਜ ਹੈ ਉਸ ਦੇ ਉੱਤੇ ਕੀ ਇਫੈਕਟ ਪੈਂਦਾ ਹੈ। ਜਿਵੇਂ ਜਿਵੇਂ ਅਸੀਂ ਪ੍ਰੈਸ਼ਰ ਵਧਾ ਰਹੇ ਹਾਂ ਤਾਂ ਉਵੇਂ ਹੀ ਸਾਡਾ ਜੋ ਲੇਟੈਂਟ ਹੀਟ ਰੀਜ਼ਨ ਹੈ ਉਹ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਪ੍ਰੈਸ਼ਰ ਦੇ ਘਟਾਉਣ ਨਾਲ ਲੇਟੈਂਟ ਹੀਟ ਰੀਜ਼ਨ ਵੱਧਦਾ ਜਾਏਗਾ। ਸੋ ਇਸੇ ਤਰੀਕੇ ਦੇ ਨਾਲ ਹੀ ਅਸੀਂ ਡੋਮ ਸ਼ੇਪਡ ਜੋ ਸਾਡੇ ਕੋਲ ਇੱਕ ਫਿਗਰ ਬਣਿਆ ਹੈ ਜਿਹਨੂੰ ਅਸੀਂ ਬੈਲ ਡਾਇਗਰਾਮ ਵੀ ਕਹਿੰਦੇ ਹਾਂ, ਸੋ ਉਹ ਸਾਡੇ ਕੋਲ ਕਿਸ ਤਰੀਕੇ ਨਾਲ ਬਣਦਾ ਹੈ ਉਸ ਨੂੰ ਅਸੀਂ ਦੇਖਿਆ। ਥੈਂਕ ਯੂ।